ਡੀਅਰ ਸਟੂਡੈਂਟਸ ਵੈਲਕਮ। ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਇਲਸਟ੍ਰੇਸ਼ਨ ਟੈਕਨੀਕ। ਦ੍ਰਿਸ਼ਟਾਂਤ। ਸਭ ਤੋਂ ਪਹਿਲਾਂ ਅਸੀਂ ਇਹਦਾ ਮੀਨਿੰਗ ਕਲੀਅਰ ਕਰਦੇ ਹਾਂ। ਇਲਸਟ੍ਰੇਸ਼ਨ ਮੀਨਸ ਦੈਟ ਮਟੀਰੀਅਲ ਵਿਚ ਮੇਕਸ ਦਾ ਕੰਟੈਂਟ ਇੰਟਰਸਟਿੰਗ, ਅੰਡਰਸਟੈਂਡੇਬਲ, ਈਜ਼ੀ ਐਂਡ ਕਲੀਅਰ। ਇਲਸਟ੍ਰੇਸ਼ਨ ਦਾ ਮਤਲਬ ਉਹ ਮਟੀਰੀਅਲ ਹੈ ਜਿਹੜਾ ਕਿ ਕੰਟੈਂਟ ਨੂੰ ਜੋ ਕਿ ਟੀਚਰ ਦੁਆਰਾ ਪੜ੍ਹਾਇਆ ਜਾ ਰਿਹਾ ਹੈ ਉਹਨੂੰ ਇੰਟਰਸਟਿੰਗ ਬਣਾਉਂਦਾ ਹੈ ਅਤੇ ਅੰਡਰਸਟੈਂਡੇਬਲ ਮੀਨਸ ਸਮਝਣ ਵਾਲਾ ਬਣਾਉਂਦਾ ਹੈ। ਈਜ਼ੀ ਮੀਨਸ ਸੌਖਾ ਕਰਦਾ ਹੈ। ਕਲੀਅਰ ਮੀਨਸ ਬਿਲਕੁਲ ਸਪਸ਼ਟ ਜਿਹੜਾ ਕੰਟੈਂਟ ਨੂੰ ਬਣਾਉਂਦਾ ਹੈ ਉਹਨੂੰ ਅਸੀਂ ਕਹਿੰਦੇ ਇਲਸਟ੍ਰੇਸ਼ਨ। ਹੁਣ ਅਸੀਂ ਇਹਦੇ ਵਿੱਚ ਕੁਝ ਡੈਫੀਨੇਸ਼ਨਸ ਕਰਦੇ ਹਾਂ। ਐਕਸਫੋਰਡ ਸ਼ਬਦਕੋਸ਼ ਦੇ ਅਨੁਸਾਰ ਕੀ ਹੈ ਦ੍ਰਿਸ਼ਟਾਂਤ? ਕਿਸੇ ਪੁਸਤਕ, ਰਸਾਲੇ ਆਦਿ ਵਿੱਚ ਕੋਈ ਡਰਾਇੰਗ, ਤਸਵੀਰ ਜਾਂ ਰੂਪਰੇਖਾ ਆਦਿ ਜੋ ਖਾਸ ਤੌਰ 'ਤੇ ਕਿਸੇ ਤੱਥ ਦੀ ਵਿਆਖਿਆ ਕਰਦੀ ਹੋਵੇ ਉਹਨੂੰ ਅਸੀਂ ਕੀ ਕਹਿੰਦੇ ਹਾਂ? ਇਲਸਟ੍ਰੇਸ਼ਨ, ਦ੍ਰਿਸ਼ਟਾਂਤ। ਅ ਡਰਾਇੰਗ, ਪਿਕਚਰ ਔਰ ਡਾਇਗਰਾਮ ਐਕਸੈਕਟਰਾ, especially one that explains some facts. Next definition is according to Agarwal JC ਦੇ ਅਕੋਰਡਿੰਗ ਹੈ ਦ੍ਰਿਸ਼ਟਾਂਤ ਦਾ ਅਰਥ ਆਉਣਾ ਸੀ ਤੇ ਉਹਨਾਂ ਸਹਾਇਕ ਸਾਧਨਾਂ ਤੋਂ ਹੈ ਜੋ ਬੱਚਿਆਂ ਨੂੰ ਵਿਚਾਰ ਸਪਸ਼ਟ ਕਰਨ ਅਤੇ ਸਹੀ ਗਿਆਨ ਤੇ ਸਮਝ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕਰਨ, ਜੋ ਜ਼ਿਆਦਾ ਧਿਆਨ ਆਕਰਸ਼ਿਤ ਕਰਦੇ ਹਨ ਤੇ ਸਥਾਈ ਯੋਗਤਾ ਰੱਖਦੇ ਹਨ। ਇਲਸਟ੍ਰੇਸ਼ਨ ਇੰਪਲੀਫਾਈਜ਼ ਦਾ ਯੂਜ਼ ਆਫ those aids which makes ideas clear to children and help them to acquire correct knowledge and understanding. They secure better attention and possess as fixing power. ਹੁਣ ਮੈਂ ਤੁਹਾਨੂੰ ਵਿੱਚ ਥੋੜ੍ਹਾ ਐਗਜ਼ਾਮਪਲ ਵੀ ਦੇ ਦਿਆਂ ਵੀ ਕੀ ਕੁਛ ਇਹਦੇ ਵਿੱਚ ਆਉਂਦਾ ਹੈ। ਕੁਛ ਇਹਦੇ ਵਿੱਚ ਟਾਈਪਸ ਦੇ ਵੀ ਰਾਜੇ ਤੁਹਾਨੂੰ ਦੱਸ ਰਹੀ ਹਾਂ। ਇਲਸਟ੍ਰੇਸ਼ਨ ਦੀਆਂ 2 ਟਾਈਪਸ ਹੁੰਦੀਆਂ ਨੇ। ਪਹਿਲੀ ਹੈ ਵਰਬਲ ਅਤੇ ਦੂਸਰੀ ਹੈ ਨੋਨ ਵਰਬਲ। ਹੁਣ ਇਹਦੇ ਵਿੱਚ ਜਿਹੜੇ ਤਾਂ ਵਰਬਲ ਨੇ, ਵਰਬਲ ਦੇ ਵਿੱਚ ਕੀ ਆਏਗਾ? ਮੀਨਸ ਜੋ ਅਸੀਂ ਬੋਲਦੇ ਹਾਂ, ਜਿਵੇਂ ਕਿ ਉਦਾਹਰਨਾਂ ਹੋ ਗਈਆਂ, ਅਸੀਂ ਕਿਸੇ ਘਟਨਾ ਦਾ ਵਰਣਨ ਕਰ ਰਹੇ ਹਾਂ, ਕੋਈ ਕਹਾਣੀ ਸੁਣਾ ਰਹੇ ਹਾਂ, ਕੋਈ ਸਿਮੀਲੈਰਿਟੀਜ਼ ਦਾ ਅਸੀਂ ਕੋਈ ਕੰਪੈਰੀਜ਼ਨ ਕਰ ਰਹੇ ਹਾਂ। ਠੀਕ ਹੈ, ਇਹ ਸਾਰੀਆਂ ਚੀਜ਼ਾਂ। ਉਪਮਾ ਦਾ ਮਤਲਬ ਹੁੰਦਾ ਕੋਈ ਵੀ ਅਸੀਂ ਤੁਲਨਾ ਕਰ ਰਹੇ ਹਾਂ, ਇਹ ਸੇਮ ਇਹਦੇ ਵਿੱਚ ਵਰਡ ਹੈ। ਅਤੇ ਠੋਸ, ਠੋਸ ਮੀਨਸ ਸੋਲਿਡ ਚੀਜ਼ਾਂ, ਕੰਕਰੀਟ ਥਿੰਗਸ, ਜਿਵੇਂ ਕਿ ਅਸੀਂ ਅਸਲ ਵਸਤੂਆਂ ਦਿਖਾ ਰਹੇ ਹਾਂ, ਕੋਈ ਮਾਡਲ ਪੇਸ਼ ਕਰ ਰਹੇ ਹਾਂ ਬੱਚਿਆਂ ਦੇ ਸਾਹਮਣੇ, ਨਮੂਨਾ ਦਿਖਾ ਰਹੇ ਹਾਂ, ਕੋਈ ਮਾਡਲ ਚਾਰਟ ਯੂਜ਼ ਕਰ ਰਹੇ ਹਾਂ, ਕੋਈ ਤਸਵੀਰਾਂ ਦਿਖਾ ਰਹੇ ਹਾਂ, ਕੋਈ ਸਕੈਚਸ ਨੇ, ਡਾਇਗਰਾਮ ਨੇ, ਗ੍ਰਾਫ ਨੇ, ਫਿਲਮ ਨਕਸ਼ੇ ਵਗੈਰਾ। ਅਤੇ ਇਹ ਜਿਹੜੀ ਸਮਾਨ ਹੈ ਸਾਰਾ ਇਹ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਜਿਹੜਾ ਗਿਆਨ ਹੈ, ਨੌਲੇਜ ਹੈ, ਉਹਨੂੰ ਕਲੀਅਰ ਕਰਕੇ ਸੌਖੇ ਰੂਪ ਦੇ ਵਿੱਚ ਸਮਝਣ ਦੇ ਜਿਹੜਾ ਯੋਗ ਬਣਾਉਂਦਾ ਉਹਨੂੰ ਦ੍ਰਿਸ਼ਟਾਂਤ ਆਖਿਆ ਜਾਂਦਾ ਹੈ। ਮੀਨਸ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਦ੍ਰਿਸ਼ਟਾਂਤ ਨੇ। ਦ੍ਰਿਸ਼ਟਾਂਤ ਮੀਨਸ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ। ਹੁਣ ਫਸਟ ਇਹਦੇ ਵਿੱਚ ਹੈ ਟਾਈਪਸ ਆਫ ਇਲਸਟ੍ਰੇਸ਼ਨ ਦੇ ਵਿੱਚ ਵਰਬਲ ਅਤੇ ਨੋਨ ਵਰਬਲ ਹੈ। ਵਰਬਲ ਦਾ ਮਤਲਬ ਹੁੰਦਾ ਹੈ ਜੋ ਟੀਚਰ ਬੋਲ ਕੇ ਦੱਸ ਰਿਹਾ ਹੈ, ਕਿਸੇ ਵੀ ਘਟਨਾ ਦਾ ਵਰਣਨ ਕਰ ਰਿਹਾ, ਕੋਈ ਟੀਚਰ ਉਦਾਹਰਨ ਦੇ ਰਿਹਾ, ਕੰਪੈਰੀਜ਼ਨ ਕਰ ਰਿਹਾ, ਸਿਮੀਲੈਰਿਟੀਜ਼ ਦੱਸ ਰਿਹਾ, ਦੈਟਸ ਵਰਬਲ ਇਲਸਟ੍ਰੇਸ਼ਨ। ਨੋਨ ਵਰਬਲ ਇਲਸਟ੍ਰੇਸ਼ਨ ਉਹ ਇਲਸਟ੍ਰੇਸ਼ਨ ਨੇ ਜੋ ਮੀਨਸ ਜਿੱਥੇ ਭਾਸ਼ਾ ਦੀ ਵਰਤੋਂ ਨਹੀਂ ਹੁੰਦੀ, ਲੈਂਗੁਏਜ ਨਹੀਂ ਯੂਜ਼ ਕੀਤੀ ਜਾਂਦੀ, ਸਗੋਂ ਇਸ ਤਰ੍ਹਾਂ ਦੇ ਸਾਧਨਾਂ ਦਾ ਪ੍ਰਯੋਗ ਕਰਨ ਦੇ ਲਈ ਅਸੀਂ ਆਪਣੀਆਂ ਅੱਖਾਂ, ਆਪਣੀ ਚਮੜੀ, ਨੱਕ, ਜੀਭ ਮੀਨਸ ਜਿਹੜੇ ਸਾਡੇ ਸੈਂਸ ਔਰਗੈਨਸ ਨੇ ਉਹਨਾਂ ਦੀ ਵਰਤੋਂ ਕਰਦੇ ਹਾਂ। ਅਤੇ ਇਹ ਨੋਨ ਵਰਬਲ ਹੁੰਦੇ ਆ, ਨੈਚੁਰਲ ਹੁੰਦੇ ਆ, ਕੰਕਰੀਟ ਹੁੰਦੇ ਨੇ ਅਤੇ ਓਬਜੈਕਟਿਵ ਹੁੰਦੇ ਨੇ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਨੋਨ ਵਰਬਲ। ਹੁਣ ਇਹ ਕਿਸੇ ਵੀ ਬੱਚੇ ਦਾ ਜਿਹੜਾ ਮਾਈਂਡ ਹੈ ਉਹਨੂੰ ਆਪਣੇ ਵੱਲ ਅਟਰੈਕਟ ਕਰਦੇ ਨੇ। ਹੁਣ ਇਹਨਾਂ ਦੇ ਵਿੱਚ ਕੋਈ ਵੀ ਮਾਡਲ, ਚਾਰਟ, ਤਸਵੀਰਾਂ, ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਗ੍ਰਾਫ, ਨਕਸ਼ੇ, ਕੋਈ ਫਿਲਮ ਹੋ ਗਈ, ਰੇਡੀਓ ਵਗੈਰਾ ਜਾਂ ਚੌਕਬੋਰਡ ਟੀਚਰ ਯੂਜ਼ ਕਰ ਰਿਹਾ, ਇਹ ਸਾਰੀਆਂ ਚੀਜ਼ਾਂ ਨੋਨ ਵਰਬਲ ਦੇ ਵਿੱਚ ਸ਼ਾਮਿਲ ਨੇ। ਹੁਣ ਅਸੀਂ ਗੱਲ ਕਰਾਂਗੇ ਓਬਜੈਕਟਿਵਸ ਆਫ ਇਲਸਟ੍ਰੇਸ਼ਨਸ। ਹੁਣ ਜੋ ਇਲਸਟ੍ਰੇਸ਼ਨ ਟੈਕਨੀਕ ਯੂਜ਼ ਹੁੰਦੀ ਹੈ ਇਹਦੇ ਕਿਹੜੇ ਕਿਹੜੇ ਓਬਜੈਕਟਿਵਸ ਨੇ, ਮੀਨਸ ਉਦੇਸ਼ ਕੀ ਨੇ ਵੀ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਫਸਟ ਹੈ ਟੂ ਸਿੰਪਲੀਫਾਈ ਐਕਸਪਲੇਨੇਸ਼ਨਸ। ਪਹਿਲਾ ਉਦੇਸ਼ ਕਿ ਜਿਹੜੀ ਅਸੀਂ ਐਕਸਪਲੇਨੇਸ਼ਨ ਦੇਣੀ ਆ ਉਹਨੂੰ ਸਿੰਪਲ ਕਰਨ ਦੇ ਲਈ ਇਹਨੂੰ ਵਰਤਿਆ ਜਾਂਦਾ ਹੈ। ਟੂ ਮੇਕ ਦਾ ਇੰਸਟਰਕਸ਼ਨ ਕੰਕਰੀਟ, ਜਿਹੜੀ ਇੰਸਟਰਕਸ਼ਨ ਟੀਚਰ ਦਿੰਦਾ ਉਹਨਾਂ ਨੂੰ ਕੰਕਰੀਟ ਮੀਨਸ ਸਥੂਲ ਬਣਾਉਣ ਦੇ ਲਈ ਜਿਹੜਾ ਅਧਿਆਪਕ ਹੈ ਉਹ ਇਲਸਟ੍ਰੇਸ਼ਨ ਦੀ ਵਰਤੋਂ ਕਰਦਾ ਹੈ। ਟੂ ਮੇਕ ਦਾ ਕੰਟੈਂਟ ਈਜ਼ੀ, ਅਗਲਾ ਉਦੇਸ਼ ਕੀ ਹੈ ਵੀ ਜਿਹੜਾ ਕੰਟੈਂਟ ਪੜ੍ਹਾਇਆ ਜਾ ਰਿਹਾ ਉਹਨੂੰ ਈਜ਼ੀ ਬਣਾਉਣਾ। ਟੂ ਮੇਕ ਦਾ ਕੰਟੈਂਟ ਅੰਡਰਸਟੈਂਡੇਬਲ, ਅਗਲਾ ਓਬਜੈਕਟਿਵ ਇਹ ਹੈ ਕਿ ਜਿਹੜਾ ਕੰਟੈਂਟ ਪੜ੍ਹਾਇਆ ਜਾ ਰਿਹਾ ਉਹਨੂੰ ਅੰਡਰਸਟੈਂਡੇਬਲ ਮੀਨਸ ਸਮਝਣ ਦੇ ਯੋਗ ਬਣਾਉਣਾ। ਟੂ ਕ੍ਰੀਏਟ ਇੰਟਰਸਟ, ਨੈਕਸਟ ਓਬਜੈਕਟਿਵ ਇਜ਼ ਟੂ ਕ੍ਰੀਏਟ ਦਾ ਇੰਟਰਸਟ ਇਨ ਸਟੱਡੀ।
ਨੈਕਸਟ ਹੈ ਟੂ ਕ੍ਰੀਏਟ ਕਿਉਰਿਓਸਿਟੀ ਇਨ ਲਰਨਿੰਗ। ਫਿਰ ਬੱਚਿਆਂ ਦੀ ਸਿੱਖਣ ਦੇ ਵਿੱਚ ਜਿਹੜੀ ਕਿਉਰਿਓਸਿਟੀ ਹੈ ਉਹ ਪੈਦਾ ਕਰਨਾ ਵੀ ਇਹਦਾ ਇੱਕ ਮੁੱਖ ਉਦੇਸ਼ ਹੈ। ਟੂ ਹੈਲਪ ਦਾ ਸਟਰੈਂਥਨ ਦਾ ਰਿਟੇਨਿੰਗ ਐਂਡ ਰੀਕਾਲਿੰਗ ਪਾਵਰ ਆਫ ਸਟੂਡੈਂਟਸ। ਅਗਲਾ ਉਦੇਸ਼ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਰਿਟੇਨਿੰਗ ਅਤੇ ਰੀਕਾਲਿੰਗ ਮੀਨਜ਼ ਯਾਦ ਰੱਖਣ ਦੀ ਅਤੇ ਉਹਨੂੰ ਦੁਬਾਰਾ ਤੋਂ ਰਿਪੀਟ ਕਰਨ ਦੀ, ਕਹਿਣ ਦੀ ਜਿਹੜੀ ਸ਼ਕਤੀ ਹੈ ਉਹਨੂੰ ਮਜ਼ਬੂਤ ਕਰਨਾ ਵੀ ਇਹਦਾ ਇੱਕ ਮੁੱਖ ਉਦੇਸ਼ ਹੈ। ਟੂ ਇਨਕਰੀਜ਼ ਦਾ ਪਾਵਰ ਆਫ ਕੌਨਸੈਂਟਰੇਸ਼ਨ। ਇਹ ਬੱਚਿਆਂ ਦੀ ਜਿਹੜੀ ਕੌਨਸੈਂਟਰੇਸ਼ਨ ਦੀ ਜਿਹੜੀ ਪਾਵਰ ਹੈ, ਸ਼ਕਤੀ ਹੈ, ਉਹਦੇ ਵਿੱਚ ਵਾਧਾ ਕਰਨਾ ਵੀ ਇਹਦਾ ਇੱਕ ਮੁੱਖ ਉਦੇਸ਼ ਹੈ। ਡਿਵੈਲਪਮੈਂਟ ਆਫ ਆਬਜ਼ਰਵੇਸ਼ਨ ਪਾਵਰ। ਅਗਲਾ ਉਦੇਸ਼ ਕਿ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਪਾਵਰ ਹੈ ਉਹਨੂੰ ਹੋਰ ਡਿਵੈਲਪ ਕਰਨਾ। ਆਬਜ਼ਰਵੇਸ਼ਨ ਕੀ ਹੁੰਦਾ ਹੈ ਕਿ ਕਿਸੇ ਵੀ ਚੀਜ਼ ਨੂੰ ਬਰੀਕੀ ਨਾਲ ਦੇਖ ਕੇ ਧਿਆਨ ਦੇ ਨਾਲ ਸਮਝਣਾ। ਨਾਓ ਐਡਵਾਂਟੇਜਸ ਆਫ ਇਲਸਟ੍ਰੇਸ਼ਨ। ਜਿਹੜਾ ਹੁਣ ਇਲਸਟ੍ਰੇਸ਼ਨ ਟੈਕਨੀਕ ਨੂੰ ਯੂਜ਼ ਕਰਦੇ ਹਾਂ ਤੇ ਕਿਹੜੇ ਫਾਇਦੇ ਨੇ। ਪਹਿਲਾ ਹੈ ਕਲੀਅਰਸ ਦਾ ਡਿਫੀਕਲਟੀਜ਼। ਮੀਨਜ਼ ਇਹ ਜਿਹੜੀਆਂ ਕੋਈ ਵੀ ਡਿਫੀਕਲਟੀਜ਼ ਹੁੰਦੀਆਂ ਨੇ, ਮੁਸ਼ਕਿਲਾਂ ਹੁੰਦੀਆਂ ਨੇ, ਉਹਨਾਂ ਨੂੰ ਇਹ ਸੌਖਾ ਕਰਦੀ ਹੈ, ਕਲੀਅਰ ਕਰਦੀ ਹੈ। ਕਿਉਂਕਿ ਜਦੋਂ ਇਲਸਟ੍ਰੇਸ਼ਨ ਨੂੰ ਯੂਜ਼ ਕੀਤਾ ਜਾਂਦਾ ਤਾਂ ਉਹਦੇ ਨਾਲ ਜਿਹੜਾ ਸਾਡਾ ਕੰਟੈਂਟ ਹੈ ਉਹ ਆਟੋਮੈਟਿਕਲੀ ਪੂਰੇ ਕਨਸੈਪਟ ਨੂੰ ਕਲੀਅਰ ਕਰ ਦਿੰਦਾ ਹੈ। ਸਿੰਪਲ ਐਕਸਪਲੇਨੇਸ਼ਨ। ਅਗਲਾ ਇਹਦਾ ਫਾਇਦਾ ਇਹ ਹੈ ਕਿ ਇਹਦੇ ਨਾਲ ਜਿਹੜੀ ਐਕਸਪਲੇਨੇਸ਼ਨ ਕਰਨੀ ਹੁੰਦੀ ਉਹ ਬਿਲਕੁਲ ਸਿੰਪਲ ਹੋ ਜਾਂਦੀ ਹੈ, ਸਮਝਾਉਣਾ ਬਹੁਤ ਸੌਖਾ ਹੋ ਜਾਂਦਾ ਹੈ। ਜਿਵੇਂ ਕਿ ਅਸੀਂ ਕੋਈ ਐਗਜ਼ਾਮਪਲਸ ਦੇ ਕੇ ਸਮਝਾ ਰਹੇ ਹਾਂ, ਕੋਈ ਵਿੱਚ ਸਟੋਰੀ ਸੁਣਾ ਰਹੇ ਹਾਂ, ਜਾਂ ਅਸੀਂ ਕਿਸੇ ਵੀ ਘਟਨਾ ਦਾ ਵਰਣਨ ਕਰ ਰਹੇ ਹਾਂ। ਨੈਕਸਟ ਹੈ ਕੌਨਕਰੀਟਨੈਸ। ਕੌਨਕਰੀਟਨੈਸ ਹੁੰਦਾ ਮੀਨਸ ਠੋਸ, ਸਥੂਲ। ਹੁਣ ਜਿਹੜਾ ਇਲਸਟ੍ਰੇਸ਼ਨ ਜਦੋਂ ਅਸੀਂ ਟੈਕਨੀਕ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਜਿਹੜਾ ਸਾਡਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਉਹ ਸੂਖਮ ਤੋਂ ਕੌਨਕਰੀਟ ਬਣ ਜਾਂਦਾ ਹੈ, ਮੀਨਜ਼ ਸਥੂਲ, ਜਿਹਦੇ ਵਿੱਚ ਅਸੀਂ ਐਕਚੁਅਲ ਚੀਜ਼ਾਂ ਦਿਖਾ ਕੇ ਪੜ੍ਹਾ ਰਹੇ ਹਾਂ। ਨੈਕਸਟ ਹੈ ਇੰਟਰਸਟਿੰਗ। ਅਤੇ ਜਿਹੜੇ ਵਰਬਲ ਅਤੇ ਨੋਨ ਵਰਬਲ ਇਲਸਟ੍ਰੇਸ਼ਨ ਅਸੀਂ ਯੂਜ਼ ਕਰਦੇ ਹਾਂ ਪੜ੍ਹਾਉਣ ਲੱਗੇ ਤਾਂ ਉਹਦੇ ਨਾਲ ਜਿਹੜਾ ਟੀਚਿੰਗ ਇੰਟਰਸਟਿੰਗ ਵੀ ਹੋ ਜਾਂਦੀ ਹੈ ਅਤੇ ਬੱਚੇ ਵੀ ਇੰਟਰਸਟ ਲੈਣਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਜਿਹੜੇ ਸਾਰੇ ਕਨਸੈਪਟ ਨੇ ਉਹ ਸਹੀ ਤਰੀਕੇ ਨਾਲ ਸਮਝ ਆਉਣ ਲੱਗ ਜਾਂਦੇ ਨੇ। ਨੈਕਸਟ ਹੈ ਡਿਵੈਲਪਮੈਂਟ ਆਫ ਆਬਜ਼ਰਵੇਸ਼ਨ ਪਾਵਰ। ਹੁਣ ਇਹਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਪਾਵਰ ਹੈ, ਨਿਰੀਖਣ ਦੀ ਸ਼ਕਤੀ ਹੈ, ਉਹਦਾ ਵੀ ਵਿਕਾਸ ਹੁੰਦਾ ਹੈ। ਕਿਉਂਕਿ ਜਿਹੜੇ ਬੱਚੇ ਨੇ ਵੱਖ-ਵੱਖ ਤਰ੍ਹਾਂ ਦੀ ਇਲਸਟ੍ਰੇਸ਼ਨ ਨੂੰ ਦੇਖਦੇ ਆ ਜਦੋਂ ਟੀਚਰ ਯੂਜ਼ ਕਰਦਾ ਹੈ। ਕੋਈ ਮਾਡਲ, ਚਾਰਟ, ਕੋਈ ਬਲੈਕ ਬੋਰਡ ਦੇ ਉੱਪਰ ਟੀਚਰ ਕੁਛ ਡਰਾ ਕਰ ਰਿਹਾ, ਕੋਈ ਨਕਸ਼ੇ ਦਿਖਾਏ ਜਾ ਰਹੇ ਨੇ, ਤਾਂ ਸਾਰੀ ਚੀਜ਼ਾਂ ਨੂੰ ਜਿਹੜੇ ਬੱਚੇ ਨੇ ਉਹ ਧਿਆਨ ਨਾਲ ਓਬਜ਼ਰਵ ਕਰਦੇ ਨੇ ਅਤੇ ਇਹਦੇ ਨਾਲ ਉਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਪਾਵਰ ਆ ਉਹ ਡਿਵੈਲਪ ਹੁੰਦੀ ਹੈ। ਹੈਲਪਫੁਲ ਇਨ ਰੀਕਾਲਿੰਗ। ਰੀਕਾਲਿੰਗ ਹੁੰਦਾ ਪੁਨਰ ਯਾਦ, ਮੀਨਜ਼ ਦੁਬਾਰਾ ਤੋਂ ਉਹਨੂੰ ਯਾਦ ਕਰਨਾ। ਹੁਣ ਜਿਹੜੇ ਅਸੀਂ ਇਲਸਟ੍ਰੇਸ਼ਨ ਟੈਕਨੀਕ ਦੇ ਨਾਲ ਬੱਚੇ ਨੂੰ ਪੜ੍ਹਾਉਂਦੇ ਹਾਂ ਤਾਂ ਬੱਚੇ ਉਹਨੂੰ ਜਲਦੀ ਰੀਕਾਲ ਕਰ ਸਕਦੇ ਨੇ, ਮੀਨਜ਼ ਉਹਨੂੰ ਯਾਦ ਰੱਖ ਸਕਦੇ ਨੇ ਅਤੇ ਉਹਨੂੰ ਦੁਬਾਰਾ ਰਿਪੀਟ ਕਰ ਸਕਦੇ ਨੇ। ਨੈਕਸਟ ਹੈ ਸਾਈਕੋਲੋਜੀਕਲ। ਇਹ ਜਿਹੜੀ ਸਕਿੱਲ ਹੈ ਜਾਂ ਟੈਕਨੀਕ ਕਹਿ ਲਓ, ਇਹ ਸਾਈਕੋਲੋਜੀਕਲ ਵੀ ਹੈ, ਕਿਉਂਕਿ ਜਿਹੜੇ ਇਲਸਟ੍ਰੇਸ਼ਨਸ ਅਸੀਂ ਯੂਜ਼ ਕਰਨੇ ਨੇ ਉਹ ਸਾਈਕੋਲੋਜੀ ਦੇ ਜਿਹੜੇ ਟੀਚਿੰਗ ਲਰਨਿੰਗ ਅਤੇ ਜਿਹੜੀਆਂ ਥਿਊਰੀਜ਼ ਨੇ ਉਹਨਾਂ ਦੇ ਉੱਪਰ ਬੇਸਡ ਹੁੰਦੇ ਨੇ। ਨੈਕਸਟ ਹੈ ਮਲਟੀ ਸੈਂਸਰੀ। ਬਹੁ ਗਿਆਨ ਇੰਦਰੀਆਂ ਦੀ ਵਰਤੋਂ ਹੁੰਦੀ ਹੈ। ਹੁਣ ਜਦੋਂ ਅਸੀਂ ਭਾਵੇਂ ਵਰਬਲ ਅਤੇ ਭਾਵੇਂ ਨੋਨ ਵਰਬਲ ਇਲਸਟ੍ਰੇਸ਼ਨ ਯੂਜ਼ ਕਰ ਰਹੇ ਹਾਂ ਤਾਂ ਅਸੀਂ ਮਲਟੀ ਸੈਂਸਰੀ ਯੂਜ਼ ਕਰਦੇ ਹਾਂ ਉੱਥੇ, ਮੀਨਜ਼ ਸਾਡੀਆਂ ਜਿਹੜੀਆਂ ਸਾਰੀਆਂ ਗਿਆਨ ਇੰਦਰੀਆਂ ਨੇ ਉਹਨਾਂ ਦਾ ਇੱਥੇ ਪ੍ਰਯੋਗ ਹੁੰਦਾ ਹੈ। ਜਿਵੇਂ ਕਿ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਹਾਂ, ਅਤੇ ਜੇ ਕੋਈ ਚੀਜ਼ ਇੱਦਾਂ ਦੀ ਦਿਖਾਈ ਜਾ ਰਹੀ ਹੈ ਕਿ ਨੱਕ ਨਾਲ ਸਮੈਲ ਕਰਨੀ ਆ ਉਹ ਵੀ ਇਹਦੇ ਨਾਲ ਹੋ ਸਕਦੀ ਹੈ। ਠੀਕ ਹੈ ਜੀ। ਜੇ ਕੋਈ ਚੀਜ਼ ਟੱਚ ਕਰਨ ਵਾਲੀ ਹੈ ਉਹਨੂੰ ਵੀ ਟੱਚ ਕਰਕੇ ਦੇਖਿਆ ਜਾ ਸਕਦਾ ਹੈ, ਮੀਨਜ਼ ਜਿਸ ਤਰ੍ਹਾਂ ਦੇ ਇਲਸਟ੍ਰੇਸ਼ਨ ਟੀਚਰ ਯੂਜ਼ ਕਰ ਰਿਹਾ ਉਹਦੇ ਅਕੋਰਡਿੰਗ। ਨੈਕਸਟ ਹੈ ਹੈਲਪਫੁਲ ਫॉर ਟੀਚਰ। ਟੀਚਰ ਦੇ ਲਈ ਵੀ ਸਹਾਇਕ ਹੈ, ਕਿਉਂਕਿ ਟੀਚਰ ਦਾ ਮੇਨ ਕੰਮ ਇਹ ਹੁੰਦਾ ਹੈ ਕਿ ਵਿਸ਼ੇ ਨੂੰ ਜੇਕਰ ਔਖਾ ਹੈ ਤਾਂ ਉਹਨੂੰ ਸੌਖਾ ਕਰਕੇ ਕਿਵੇਂ ਪੜ੍ਹਾਉਣਾ ਹੈ, ਤਾਂ ਇਲਸਟ੍ਰੇਸ਼ਨ ਦੀ ਮਦਦ ਦੇ ਨਾਲ ਜਿਹੜਾ ਟੀਚਰ ਹੈ ਉਹ ਆਪਣੇ ਸਬਜੈਕਟ ਨੂੰ ਸੌਖਾ ਕਰਕੇ ਪੜ੍ਹਾ ਸਕਦਾ। ਇਸ ਕਰਕੇ ਟੀਚਰ ਦੇ ਲਈ ਬਹੁਤ ਹੀ ਹੈਲਪਫੁਲ ਹੈ। ਨੈਕਸਟ ਹੈ ਸਟਿਮੂਲੇਟ ਇਮੋਸ਼ਨਸ। ਹੁਣ ਇਹ ਭਾਵਨਾਵਾਂ ਨੂੰ ਉਤੇਜਿਤ ਵੀ ਕਰਦਾ ਹੈ ਬੱਚਿਆਂ ਦੇ ਨੂੰ। ਜਿਵੇਂ ਕਿ ਕੋਈ ਕਹਾਣੀ ਸੁਣਾਈ ਜਾ ਰਹੀ ਹੈ ਜਾਂ ਕਿਸੇ ਘਟਨਾ ਦਾ ਵਰਣਨ ਕੀਤਾ ਜਾ ਰਿਹਾ ਹੈ ਤਾਂ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਇਮੈਜੀਨੇਸ਼ਨ ਪਾਵਰ ਹੈ ਉਹ ਵੀ ਡਿਵੈਲਪ ਹੁੰਦੀ ਹੈ ਅਤੇ ਉਹਨਾਂ ਦੇ ਜਿਹੜੀਆਂ ਇਮੋਸ਼ਨਸ ਨੇ ਉਹਨਾਂ ਨੂੰ ਉਤੇਜਿਤ ਵੀ ਕੀਤਾ ਜਾ ਸਕਦਾ ਹੈ। ਨੈਕਸਟ ਹੈ ਡਿਵੈਲਪਮੈਂਟ ਆਫ ਲਰਨਿੰਗ ਹੈਬਿਟਸ। ਅਗਲਾ ਇਹਦੇ ਨਾਲ ਲਾਭ ਇਹ ਹੋਏਗਾ ਕਿ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਖੁਦ ਮੀਨਸ ਆਪਣੇ ਆਪ ਜਿਹੜੀਆਂ ਪੜ੍ਹਨ ਦੀਆਂ ਆਦਤਾਂ ਨੇ ਉਹ ਵਿਕਸਿਤ ਹੋਣਗੀਆਂ, ਕਿਉਂਕਿ ਬੱਚਿਆਂ ਨੂੰ ਲੱਗਦਾ ਕਿ ਸਾਨੂੰ ਕੀ ਚੀਜ਼ ਦਿਖਾਈ ਸੀ ਅਤੇ ਅਸੀਂ ਉਹਦੇ ਨਾਲ ਰਿਲੇਟਡ ਹੋਰ ਕਿੱਥੋਂ ਅਸੀਂ ਵਧੀਆ ਸਿੱਖ ਸਕਦੇ ਹਾਂ। ਨੈਕਸਟ ਹੈ ਕੰਪਰੀਹੈਂਸਿਵ ਯੂਜ਼। ਫਿਰ ਇਹ ਸਾਰੇ ਹੀ ਵਿਦਿਆਰਥੀਆਂ ਦੇ ਲਈ ਫਾਇਦੇਮੰਦ ਹੈ, ਭਾਵੇਂ ਛੋਟੀਆਂ ਕਲਾਸਿਸ ਨੇ ਭਾਵੇਂ ਵੱਡੀਆਂ ਕਲਾਸਿਸ ਨੇ, ਤਾਂ ਅਸੀਂ ਸਾਰਿਆਂ ਦੇ ਲਈ ਜਿਹੜੇ ਇਲਸਟ੍ਰੇਸ਼ਨਸ ਨੇ ਉਹਨਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਪੜ੍ਹਾ ਸਕਦੇ ਹਾਂ। ਨੈਕਸਟ ਹੈ ਹੈਲਪਰ ਆਫ ਅਦਰ ਮੈਥਡਸ। ਹੁਣ ਇਹ ਦੂਸਰੇ ਜਿਹੜੇ ਮੈਥਡ ਯੂਜ਼ ਕੀਤੇ ਜਾਂਦੇ ਨੇ ਪੜ੍ਹਾਉਣ ਦੇ ਲਈ ਉਹਨਾਂ ਦਾ ਵੀ ਹੈਲਪਰ ਮੀਨਜ਼ ਸਹਾਇਕ ਦੇ ਤੌਰ 'ਤੇ ਜਿਹੜਾ ਇਲਸਟ੍ਰੇਸ਼ਨ ਉਹ ਕੰਮ ਕਰਦੇ। ਮੀਨਜ਼ ਜਦੋਂ ਅਸੀਂ ਭਾਵੇਂ
कोई भी मैथड वरत रहे भावें लैक्चर मैथड है तो असीं उहदे विच भी जिहड़ी इलस्ट्रेशन ने वो यूज़ कर सकते हैं। कोई चार्ट मॉडल जां साडे कोल कोई होर चीज़ दिखाउण वाली दैन वी कैन शो। यूज़ इन ऑल सबजैक्ट्स, फिर सारे ही सबजैक्ट्स दे विच असीं इहदी जिहड़ी वरतों कर सकते हैं। मीनज कोई भी सबजैक्ट इदां दा नहीं जिहड़ा असीं विदाउट इलस्ट्रेशन, ठीक है जी, करवा सकीए जां ना करवा सकीए, कोई भी इस तरह का नहीं है। मीनज सारे दे असीं प्रॉपर यूज़ कर सकते हैं। हैल्पफुल फॉर ऑल टॉपिक्स, इस जिन्ने भी टॉपिक ने सारे ही सबजैक्ट्स के सारिਆਂ ਦੇ ਲਈ हैल्पफुल है जी। ਅਸੀਂ ਸਾਰਿਆਂ ਦੇ ਵਿੱਚ ਹੀ ਸਾਰੇ ਟੌਪਿਕਸ ਦੇ ਵਿੱਚ ਜਿਹੜਾ ਇਲਸਟ੍ਰੇਸ਼ਨ ਟੈਕਨੀਕ ਆ ਉਹਨੂੰ ਯੂਜ਼ ਕਰ ਸਕਦੇ ਹਾਂ। ਮੀਨਜ਼ ਅਸੀਂ ਕੋਈ ਕਿਸੇ ਵੀ ਸਬਜੈਕਟ ਦੇ ਵਿੱਚ ਸਿੰਗਲ ਟੌਪਿਕ ਵੀ ਕਾਊਂਟ ਨਹੀਂ ਕਰ ਸਕਦੇ ਕਿ ਇਹਨੂੰ ਅਸੀਂ ਇਲਸਟ੍ਰੇਸ਼ਨ ਦੀ ਮਦਦ ਤੋਂ ਬਿਨਾਂ ਪੜ੍ਹਾ ਸਕਦੇ ਹਾਂ ਜਾਂ ਇਲਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਈਜ਼ੀ ਟੂ ਅੰਡਰਸਟੈਂਡ ਦਾ ਕਨਸੈਪਟ, ਅਗਲਾ ਬੈਨੀਫਿਟ ਇਹ ਹੈ ਕਿ ਇਹਨਾਂ ਜਿਹੜਾ ਵੀ ਕਨਸੈਪਟ ਆ ਉਹਨੂੰ ਸਮਝਣਾ ਬਹੁਤ ਸੌਖਾ ਹੋ ਜਾਂਦਾ ਹੈ। ਨੈਕਸਟ ਹੈ ਪਰਮਾਨੈਂਟ ਨੌਲੇਜ, ਜਦੋਂ ਇਲਸਟ੍ਰੇਸ਼ਨ ਦੀ ਮਦਦ ਦੇ ਨਾਲ ਪੜ੍ਹਾਇਆ ਜਾਂਦਾ ਤਾਂ ਉਹਦੇ ਨਾਲ ਜਿਹੜੀ ਨੌਲੇਜ ਹੈ ਬੱਚੇ ਦੀ, ਮੀਨਜ਼ ਜੋ ਗਿਆਨ ਹੈ ਜੋ ਬੱਚਾ ਸਿੱਖ ਰਿਹਾ ਹੈ ਉਹ ਪਰਮਾਨੈਂਟ ਹੋ ਜਾਂਦਾ ਹੈ ਸਿੱਖਿਆ ਹੋਇਆ। ਇਨਵੋਲਵਮੈਂਟ ਆਫ ਸਟੂਡੈਂਟਸ, ਇਹ 'ਚ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਇਨਵੋਲਵਮੈਂਟ ਵੀ ਹੁੰਦੀ ਹੈ ਕਿਉਂਕਿ ਜਦੋਂ ਟੀਚਰ ਸ਼ੋਅ ਕਰ ਰਿਹਾ ਤਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਛੋਟੀ ਮੋਟੀ ਐਕਟੀਵਿਟੀ ਵੀ ਹੋ ਸਕਦੀ ਹੈ ਕਿ ਬੱਚਿਆਂ ਨੂੰ ਕਰਕੇ ਦਿਖਾਉਣ ਦੇ ਲਈ ਕਿਹਾ ਜਾਵੇ ਕਿ ਤੁਸੀਂ ਇਹਨੂੰ ਕਰਕੇ ਦੇਖੋ। ਨੈਕਸਟ ਹੈ ਮੋਟੀਵੇਟਰ। ਮੋਟੀਵੇਟਰ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਮੋਟੀਵੇਟ ਵੀ ਕਰਦਾ ਹੈ ਹੋਰ ਸਿੱਖਣ ਦੇ ਲਈ ਕਿਉਂਕਿ ਇਹਨਾਂ ਜਿਹੜੇ ਬੱਚੇ ਨੇ ਜਦੋਂ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਸਾਰਾ ਕਨਸੈਪਟ ਕਲੀਅਰ ਕਰਨ ਦੇ ਲਈ ਅਲੱਗ-ਅਲੱਗ ਇਲਸਟ੍ਰੇਸ਼ਨ ਯੂਜ਼ ਕਰ ਰਹੇ ਹਾਂ, ਭਾਵੇਂ ਵਰਬਲ ਨੇ ਭਾਵੇਂ ਨਾਰਮਲ ਵਰਬਲ ਨੇ, ਤਾਂ ਉਹ ਬੱਚੇ ਨੂੰ ਮੋਟੀਵੇਟ ਕਰਨੀ ਹੈ। ਪ੍ਰੋਪਰ ਯੂਜ਼ ਆਫ ਆਬਜੈਕਟਸ, ਤੇ ਹੁਣ ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਜਿਹੜੀਆਂ ਆਬਜੈਕਟਸ ਨੇ ਭਾਵੇਂ ਮਾਡਲ ਹੈ, ਚਾਰਟ ਹੈ ਸਾਡੇ ਕੋਲ ਜਾਂ ਕੋਈ ਹੋਰ ਚੀਜ਼ਾਂ ਹੈਗੀਆਂ, ਰੀਅਲ ਆਬਜੈਕਟਸ ਹੋ ਸਕਦੀਆਂ ਨੇ, ਤਾਂ ਅਸੀਂ ਉਹਨਾਂ ਦਾ ਪ੍ਰੋਪਰ ਯੂਜ਼ ਕਰਦੇ ਹਾਂ ਇਹਦੇ ਵਿੱਚ, ਜਿਨ੍ਹਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸਮਝ ਆ ਜਾਂਦਾ ਹੈ। ਡਿਸਕਰੇਜ ਕ੍ਰੈਮਿੰਗ, ਇਹ ਰੱਟੇ ਨੂੰ ਵੀ ਨਿਰਉਤਸ਼ਾਹਿਤ ਕਰਦਾ ਇਹ ਟੈਕਨੀਕ ਕਿਉਂਕਿ ਇਹਨਾਂ ਜਿਹੜੇ ਬੱਚੇ ਨੇ ਉਹ ਇਲਸਟ੍ਰੇਸ਼ਨ ਦੀ ਮਦਦ ਦੇ ਨਾਲ ਜਿਹੜਾ ਸਾਰਾ ਕਨਸੈਪਟ ਆ ਉਹਨਾਂ ਨੂੰ ਕਲੀਅਰ ਹੋ ਜਾਂਦਾ ਤੇ ਉਹ ਸਮਝ ਲੈਂਦੇ ਨੇ, ਇਸ ਕਰਕੇ ਉਹ ਕ੍ਰੈਮਿੰਗ ਨਹੀਂ ਕਰਨਗੇ। ਨੈਕਸਟ ਹੈ ਡਿਵੈਲਪਮੈਂਟ ਆਫ ਕਮਿਊਨੀਕੇਸ਼ਨ ਸਕਿੱਲ, ਇਹਨਾਂ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਸਕਿੱਲ ਆ ਉਹ ਵੀ ਡਿਵੈਲਪ ਹੋਏਗੀ ਕਿਉਂਕਿ ਜਦੋਂ ਜਿਹੜਾ ਟੀਚਰ ਹੈ ਉਹ ਇਲਸਟ੍ਰੇਸ਼ਨ ਯੂਜ਼ ਕਰ ਰਿਹਾ ਤਾਂ ਨਾਲ ਨਾਲ ਬੱਚਿਆਂ ਦੇ ਨਾਲ ਵੀ ਡਿਸਕਸ਼ਨ ਹੁੰਦੀ ਹੈ ਤੇ ਉਹਦੇ ਅਕੋਰਡਿੰਗ ਕੀ ਹੈ ਜਿਹੜੇ ਬੱਚੇ ਨੇ ਉਹਨਾਂ ਦੀ ਕਮਿਊਨੀਕੇਸ਼ਨ ਸਕਿੱਲ ਵੀ ਡਿਵੈਲਪ ਹੁੰਦੀ ਹੈ। ਡਿਵੈਲਪਮੈਂਟ ਆਫ ਗੁੱਡ ਲਿਸਨਿੰਗ ਸਕਿੱਲ, ਹੁਣ ਇਹ 'ਚ ਜਿਹੜੇ ਬੱਚੇ ਨੇ ਟੀਚਰ ਜਦੋਂ ਇਲਸਟ੍ਰੇਟ ਕਰ ਰਿਹਾ ਹੈ ਮੀਨਜ਼ ਸਮਝਾ ਰਿਹਾ ਇਲਸਟ੍ਰੇਸ਼ਨ ਨੂੰ ਯੂਜ਼ ਕਰਕੇ ਤਾਂ ਬੱਚੇ ਉਸ ਟਾਈਮ ਸੁਣ ਰਹੇ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਲਿਸਨਿੰਗ ਸਕਿੱਲ ਆ ਉਹ ਡਿਵੈਲਪ ਹੁੰਦੀ ਹੈ। ਇਟ ਅਟਰੈਕਟਸ ਦਾ ਅਟੈਂਸ਼ਨ ਆਫ ਸਟੂਡੈਂਟਸ, ਇਹ ਜਿਹੜੇ ਸਟੂਡੈਂਟਸ ਨੇ ਉਹਨਾਂ ਦਾ ਧਿਆਨ ਵੀ ਖਿੱਚਦਾ ਹੈ ਕਿਉਂਕਿ ਜਦੋਂ ਅਸੀਂ ਅਲੱਗ-ਅਲੱਗ ਕੋਈ ਵਰਬਲ ਅਤੇ ਨੋਨ ਵਰਬਲ ਇਲਸਟ੍ਰੇਸ਼ਨ ਯੂਜ਼ ਕਰ ਰਹੇ ਹਾਂ ਤਾਂ ਬੱਚਿਆਂ ਦਾ ਜਿਹੜਾ ਧਿਆਨ ਆ ਉਹਦੇ ਵੱਲ ਆਟੋਮੈਟਿਕਲੀ ਜਾਏਗਾ। ਇਟ ਮੇਕਸ ਲਰਨਿੰਗ ਵਿਦਾਊਟ ਬਰਡਨ, ਅਗਲਾ ਬੈਨੀਫਿਟ ਇਹਦੇ ਨਾਲ ਇਹ ਹੈ ਕਿ ਇਹ ਬੱਚੇ ਜਿਹੜੀ ਲਰਨਿੰਗ ਆ ਉਹਨੂੰ ਇੰਨਾ ਸੌਖਾ ਬਣਾ ਦਿੰਦੀ ਹੈ ਕਿ ਬੱਚਿਆਂ ਨੂੰ ਕੋਈ ਜਿਹੜਾ ਬਰਡਨ ਆ ਉਹ ਮਹਿਸੂਸ ਨਹੀਂ ਹੁੰਦਾ। ਡਿਵੈਲਪਮੈਂਟ ਆਫ ਇੰਟੈਲੈਕਚੁਅਲ ਲੈਵਲ, ਇਹ ਬੱਚੇ ਦਾ ਜਿਹੜਾ ਇੰਟੈਲੈਕਚੁਅਲ ਲੈਵਲ ਹੈ ਉਹਦਾ ਵੀ ਵਿਕਾਸ ਕਰਦੀ ਹੈ ਇਹ ਟੈਕਨੀਕ। ਹੁਣ ਅਸੀਂ ਕਰਾਂਗੇ ਡੀਮੈਰਿਟਸ ਆਫ ਇਲਸਟ੍ਰੇਸ਼ਨ ਸਕਿੱਲ। ਫਸਟ ਇਹਦੀ ਡੀਮੈਰਿਟ ਹੈ ਟਾਈਮ ਕੰਜ਼ਿਊਮਿੰਗ ਕਿਉਂਕਿ ਇਹਨਾਂ ਜਿਹੜਾ ਟੀਚਰ ਜਦੋਂ ਅਲੱਗ-ਅਲੱਗ ਇਲਸਟ੍ਰੇਸ਼ਨ ਨੂੰ ਯੂਜ਼ ਕਰਦਾ ਤਾਂ ਟਾਈਮ ਜ਼ਿਆਦਾ ਲੱਗਦਾ ਹੈ, ਇਸ ਕਰਕੇ ਜਿਹੜਾ ਟੀਚਰ ਆ ਹੋ ਸਾਰਾ ਉਹ ਆਪਣਾ ਜਿਹੜਾ ਕਨਸੈਪਟ ਆ ਉਹ ਸਹੀ ਤਰੀਕੇ ਨਾਲ ਨਾ ਟਾਈਮ ਸਿਰ ਕਲੀਅਰ ਕਰਵਾ ਪਾਵੇ ਕਿਉਂਕਿ ਜਿਹੜਾ ਇਲਸਟ੍ਰੇਸ਼ਨ ਕਰਨ ਲੱਗਿਆ ਮੀਨਜ਼ ਅਸੀਂ ਕੋਈ ਮਾਡਲ ਦਿਖਾਉਣ ਲੱਗਿਆ ਤਾਂ ਬਹੁਤ ਜਿਹੜਾ ਟਾਈਮ ਉਹ ਲੱਗੇਗਾ ਕਿਉਂਕਿ ਮਾਡਲ ਨੂੰ ਅਸੀਂ ਇਕੱਲਾ ਸ਼ੋਅ ਹੀ ਨਹੀਂ ਕਰਨਾ, ਉਹਦੇ ਬਾਰੇ ਐਕਸਪਲੇਨ ਵੀ ਕਰਨਾ ਹੈ। ਨੈਕਸਟ ਹੈ ਨੀਡ ਆਫ ਐਕਸਪਰਟ ਟੀਚਰਸ, ਮੇਨ ਜਿਹੜੀ ਪ੍ਰੋਬਲਮ ਸਾਰੀ ਹੀ ਸਕਿੱਲਸ ਦੇ ਵਿੱਚ ਸਾਰੀ ਹੀ ਟੈਕਨੀਕਸ ਦੇ ਵਿੱਚ ਆਉਂਦੀ ਹੈ ਕਿ ਸਾਨੂੰ ਐਕਸਪਰਟ ਟੀਚਰ ਦੀ ਜ਼ਰੂਰਤ ਪੈਂਦੀ ਹੈ ਬਟ ਜਿਹੜੇ ਐਕਸਪਰਟ ਟੀਚਰ ਨੇ ਉਹ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੇ। ਪ੍ਰੋਬਲਮ ਆਫ ਇਨਡਿਸਿਪਲਿਨ, ਅਗਲੀ ਜਿਹੜੀ ਡੀਮੈਰਿਟ ਹੈ ਜਾਂ ਕਮੀ ਕੀ ਆ ਉਹ ਕਿ ਕਲਾਸ ਦੇ ਵਿੱਚ ਜਿਹੜਾ ਇਨਡਿਸਿਪਲਿਨ ਆ ਉਹ ਪੈਦਾ ਹੋ ਸਕਦਾ ਹੈ। ਅਨੁਸ਼ਾਸਨਹੀਨਤਾ ਦੀ ਜੇਕਰ ਸਮੱਸਿਆ ਆਏਗੀ ਤਾਂ ਕਲਾਸ ਦੇ ਵਿੱਚ ਜਿਹੜਾ ਟੀਚਿੰਗ ਲਰਨਿੰਗ ਪ੍ਰੋਸੈਸ ਹੈ ਉਹ ਸਿਸਟੈਮੈਟਿਕਲੀ ਨਹੀਂ ਚੱਲੇਗਾ। ਪ੍ਰੋਬਲਮ ਇਨ ਸਿਲੈਕਸ਼ਨ, ਹੁਣ ਕਿਹੜੀਆਂ ਇਲਸਟ੍ਰੇਸ਼ਨਸ ਚੂਜ਼ ਕਰਨੀਆਂ ਨੇ, ਸਿਲੈਕਸ਼ਨ ਕਰਨੀ ਹੈ ਤਾਂ ਉਦੋਂ ਵੀ ਟੀਚਰ ਨੂੰ ਪ੍ਰੋਬਲਮ ਆਉਂਦੀ ਹੈ ਕਿ ਮੈਂ ਕਿਹੜੀਆਂ ਜਿਹੜੀਆਂ ਇਲਸਟ੍ਰੇਸ਼ਨ ਨੇ, ਕੋਈ ਚਾਰਟ ਕਿਹੜਾ ਯੂਜ਼ ਕਰਾਂ ਕਿਉਂਕਿ ਚਾਰਟ ਇੱਕੋ ਤਰ੍ਹਾਂ ਦਾ ਨਹੀਂ ਹੁੰਦਾ, ਕਿਸ ਤਰ੍ਹਾਂ ਦਾ ਮੈਂ ਮਾਡਲ ਯੂਜ਼ ਕਰਾਂ ਜਾਂ ਕੋਈ ਬਾਰ ਗ੍ਰਾਫ ਨੇ, ਕੋਈ ਮੈਂ ਡਾਇਆਗ੍ਰਾਮ ਬਲੈਕ ਬੋਰਡ ਦੇ ਉੱਪਰ ਬਣਾਉਣੀ ਹੈ ਤਾਂ ਮੈਂ ਕਿਸ ਤਰੀਕੇ ਨਾਲ, ਤਾਂ ਉਹਦੀ ਸਿਲੈਕਸ਼ਨ ਦੇ ਵਿੱਚ ਵੀ ਜਿਹੜੀ ਮੁਸ਼ਕਿਲ ਆ ਉਹ ਆਉਂਦੀ ਹੈ। ਐਕਸਪੈਂਸਿਵ, ਇਹ ਬਹੁਤ ਮਹਿੰਗਾ ਵੀ ਹੈ ਮੈਥਡ ਕਿਉਂਕਿ ਇਹਦੇ 'ਚ ਕੀ ਹੈ ਜੀ ਟੀਚਰ ਨੂੰ ਜੇ ਮਾਡਲ ਬਣਾਉਣਾ ਹੈ ਤਾਂ ਜਾਂ ਉਹਨੇ ਪਰਚੇਜ਼ ਕਰਨਾ ਹੈ ਤਾਂ ਉਹਨੂੰ ਬਹੁਤ ਕੋਸਟਲੀ ਪਏਗਾ ਜਾਂ ਉਹਨੂੰ ਕੋਈ ਹੋਰ ਚਾਰਟ ਚਾਹੀਦੇ ਹੈ, ਲੇਬਰ ਤਾਂ ਟੀਚਰ ਨੂੰ ਕਰਨੀ ਪਏਗੀ ਤਾਂ ਇਸ ਕਰਕੇ ਕੀ ਹੈ ਟੀਚਰ ਦੇ ਲਈ ਐਕਸਪੈਂਸਿਵ ਚੀਜ਼ਾਂ ਹੋ ਜਾਂਦੀਆਂ ਨੇ। ਨੈਕਸਟ ਹੈ ਲੈਕ ਆਫ ਅਵੇਲੇਬਿਲਿਟੀ, ਕਈ ਵਾਰ ਇਹ ਵੀ ਹੁੰਦਾ ਹੈ ਕਿ
ਜੋ ਅਸੀਂ ਵਰਬਲ ਤੇ ਨੋਨ ਵਰਬਲ ਤੇ ਚਲੋ ਕੋਈ ਨਹੀਂ, ਸਿਰਫ ਬੋਲਣਾ ਹੁੰਦਾ ਟੀਚਰ ਨੇ, ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਬਟ ਜਿਹੜਾ ਸਾਡੇ ਕੋਲ ਨੋਨ ਵਰਬਲ ਹੈ, ਇਲਸਟ੍ਰੇਸ਼ਨ ਦੇ ਵਿੱਚ ਅਸੀਂ ਯੂਜ਼ ਕਰਨਾ ਹੈ, ਤਾਂ ਹੋ ਸਕਦਾ ਉਹ ਕੁਝ ਸਾਡੇ ਕੋਲ ਅਵੇਲੇਬਲ ਨਾ ਹੋਵੇ। ਜਿਵੇਂ ਕਿ ਅਸੀਂ ਪੜ੍ਹਾਉਣਾ ਹੈ ਤਾਂ ਟੀਚਰ ਸੋਚ ਤੇ ਲੈਂਦਾ ਕਿ ਮੈਂ ਮਾਡਲ ਯੂਜ਼ ਕਰ ਲਵਾਂਗਾ, ਬਟ ਜੇਕਰ ਮਾਡਲ ਅਵੇਲੇਬਲ ਨਹੀਂ ਹੋਏਗਾ ਦੈਨ ਟੀਚਰ ਕੀ ਕਰੇਗਾ। ਠੀਕ ਹੈ, ਇਸ ਕਰਕੇ ਕਈ ਵਾਰ ਇਹ ਵੀ ਹੋ ਜਾਂਦਾ ਵੀ ਕੁਝ ਜਿਹੜੇ ਥਿੰਗਸ ਨੇ ਜਿਨ੍ਹਾਂ ਦੀ ਅਵੇਲੇਬਿਲਿਟੀ ਪੋਸੀਬਲ ਨਹੀਂ ਹੁੰਦੀ। ਟੀਚਰ ਓਰੀਐਂਟਡ ਸਕਿੱਲ ਔਰ ਡਿਵਾਈਸ, ਹੁਣ ਇਹ ਜਿਹੜੀ ਸਕਿੱਲ ਹੈ ਜਾਂ ਡਿਵਾਈਸ ਇਹ ਕੀ ਹੈ, ਟੀਚਰ ਓਰੀਐਂਟਡ ਹੈ। ਮੀਨ ਜੇ ਟੀਚਰ ਆਪਣੀ ਮਰਜ਼ੀ ਦੇ ਨਾਲ ਟੌਪਿਕ ਚੂਜ਼ ਕਰਦਾ ਹੈ, ਉਹਦੇ 'ਚ ਕਿਹੜੀਆਂ ਇਲਸਟ੍ਰੇਸ਼ਨ ਉਹਨੇ ਯੂਜ਼ ਕਰਨੀਆਂ ਨੇ ਤਾਂ ਟੀਚਰ ਦੀ ਆਪਣੀ ਮਰਜ਼ੀ ਹੁੰਦੀ ਹੈ। ਇਸ ਕਰਕੇ ਇਹ ਟੀਚਰ ਓਰੀਐਂਟਡ ਸਕਿੱਲ ਹੀ ਬਣ ਕੇ ਰਹਿ ਗਈ ਹੈ। ਨੈਕਸਟ ਹੈ ਸਮਟਾਈਮਸ ਨਾਟ ਸੁਟੇਬਲ ਫॉर ਆਲ ਟੌਪਿਕਸ। ਕਈ ਵਾਰ ਇਹ ਵੀ ਹੁੰਦਾ ਕਿ ਕੁਝ ਟੌਪਿਕ ਦੇ ਲਈ ਜਿਹੜੀਆਂ ਪ੍ਰੋਪਰ ਇਲਸਟ੍ਰੇਸ਼ਨ ਨਾ ਮਿਲਣ ਅਤੇ ਜਿਹਦੇ ਕਰਕੇ ਅਸੀਂ ਉਸ ਟੌਪਿਕ ਨੂੰ ਵਧੀਆ ਤਰੀਕੇ ਨਾਲ ਨਾ ਕਰਵਾ ਸਕੀਏ, ਜਾਂ ਕਈ ਵਾਰ ਸਿਊਟੇਬਲ ਵੀ ਨਹੀਂ ਹੁੰਦਾ ਟੌਪਿਕ ਦੇ ਲਈ ਇਲਸਟ੍ਰੇਸ਼ਨ ਨੂੰ ਯੂਜ਼ ਕਰਨਾ। ਓਵਰਬਰਡਨ ਸਿਲੇਬਸ ਵੀ ਬਹੁਤ ਜ਼ਿਆਦਾ ਹੈ, ਇਸ ਕਰਕੇ ਜੇਕਰ ਅਸੀਂ ਹਰ ਇੱਕ ਟੌਪਿਕ ਦੇ ਵਿੱਚ ਹਰ ਇੱਕ ਸਬਜੈਕਟ ਦੇ ਲਈ ਜਿਹੜੇ ਇਲਸਟ੍ਰੇਸ਼ਨ ਸਕਿੱਲ ਨੂੰ ਯੂਜ਼ ਕਰਾਂਗੇ ਤਾਂ ਹੋ ਸਕਦਾ ਜਿਹੜਾ ਓਵਰਬਰਡਨ ਸਿਲੇਬਸ ਆ ਅਸੀਂ ਉਹਨੂੰ ਕਵਰ ਨਾ ਕਰ ਸਕੀਏ, ਮੀਨ ਜੇ ਟਾਈਮ ਸਿਰ ਕੰਪਲੀਟ ਨਾ ਕਰਵਾ ਸਕੀਏ। ਡਿਪੈਂਡਸ ਅਪੋਨ ਟੀਚਰਸ ਐਬਿਲਿਟੀ, ਹੁਣ ਟੀਚਰਸ ਦੀ ਜੋ ਐਬਿਲਿਟੀ ਹੈ, ਯੋਗਤਾ, ਉਹਦੇ ਉੱਪਰ ਡਿਪੈਂਡ ਕਰਦਾ ਹੈ ਕਿ ਉਹਨੂੰ ਇਹ ਚੂਜ਼ ਕਰਨੀਆਂ ਆਉਂਦੀਆਂ ਜਾਂ ਨਹੀਂ। ਜੇ ਚੂਜ਼ ਕਰ ਲਈਆਂ ਤਾਂ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨੀਆਂ ਆ ਰਹੀਆਂ ਨੇ ਜਾਂ ਨਹੀਂ। ਹੁਣ ਟੀਚਰ ਕਿੰਨਾ ਕੈਪੇਬਲ ਹੈ, ਕਿੰਨੀ ਉਹ 'ਚ ਐਬਿਲਿਟੀ ਹੈ, ਉਹਦੇ 'ਤੇ ਡਿਪੈਂਡ ਕਰਦਾ ਹੈ ਇਸ ਇਲਸਟ੍ਰੇਸ਼ਨ ਸਕਿੱਲ ਨੂੰ ਪਰਪਜ਼ਫੁਲ ਬਣਾਉਣ ਦੇ ਲਈ। ਹੁਣ ਅਸੀਂ ਗੱਲ ਕਰਾਂਗੇ ਸੁਜੈਸ਼ਨਸ ਫॉर ਇਲਸਟ੍ਰੇਸ਼ਨ। ਮੀਨਸ ਜੇ ਅਸੀਂ ਇਲਸਟ੍ਰੇਸ਼ਨ ਸਕਿੱਲ ਨੂੰ, ਟੈਕਨੀਕ ਨੂੰ ਬਹੁਤ ਅੱਛੇ ਢੰਗ ਨਾਲ ਯੂਜ਼ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਕਿਹੜੇ ਸੁਜੈਸ਼ਨਸ ਨੇ, ਮੀਨਸ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਫਸਟ ਹੈ ਸਿੰਪਲ, ਮੀਨਸ ਜੋ ਇਲਸਟ੍ਰੇਸ਼ਨ ਚੂਜ਼ ਕਰਨੇ ਨੇ ਟੀਚਰ ਨੇ ਉਹ ਬਿਲਕੁਲ ਸਿੰਪਲ ਹੋਣੀਆਂ ਚਾਹੀਦੀਆਂ ਨੇ। ਨੈਕਸਟ ਹੈ ਕਲੈਰਿਟੀ ਹੋਣੀ ਜ਼ਰੂਰੀ ਹੈ ਉਹਨਾਂ ਦੇ ਵਿੱਚ, ਮੀਨਸ ਸਪਸ਼ਟ ਹੋਣ। ਫਿਰ ਈਜ਼ੀ ਟੂ ਅੰਡਰਸਟੈਂਡ, ਉਹਨਾਂ ਨੂੰ ਸਮਝਣਾ ਵੀ ਸੌਖਾ ਹੋਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਕਨਫਿਊਜ਼ ਨਾ ਹੋਣ। ਪ੍ਰੋਪਰ ਯੂਜ਼ ਔਨ ਟਾਈਮ, ਫਿਰ ਜਿਹੜੇ ਟਾਈਮ 'ਤੇ ਜਿਹੜੀ ਇਲਸਟ੍ਰੇਸ਼ਨ ਦੀ ਜ਼ਰੂਰਤ ਹੈ ਉਹਨੂੰ ਉੱਥੇ ਹੀ ਯੂਜ਼ ਕੀਤਾ ਜਾਵੇ। ਇਹ ਨਾ ਹੋਵੇ ਕਿ ਟੀਚਰ ਕਨਸੈਪਟ ਅੱਧਾ ਕਲੀਅਰ ਕਰਵਾ ਚੁੱਕਿਆ ਹੋਵੇ ਅਤੇ ਟੀਚਰ ਨੂੰ ਬਾਅਦ ਵਿੱਚ ਯਾਦ ਆਵੇ ਕਿ ਨਹੀਂ ਇੱਥੇ ਮੈਂ ਆਹ ਚੀਜ਼ ਯੂਜ਼ ਕਰਨੀ ਸੀ, ਫਿਰ ਉਹ ਚੀਜ਼ ਦਾ ਕੋਈ ਬੈਨੀਫਿਟ ਨਹੀਂ ਹੋਏਗਾ। ਨੈਕਸਟ ਹੈ ਕੇਅਰਫੁਲੀ ਸਿਲੈਕਸ਼ਨ, ਫਿਰ ਜਿਹੜੀ ਇਹਨਾਂ ਦੀ ਸਿਲੈਕਸ਼ਨ ਆ ਉਹ ਪੂਰੇ ਧਿਆਨ ਦੇ ਨਾਲ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਟੀਚਰ ਨੇ ਦੇਖਣਾ ਹੁੰਦਾ ਵੀ ਕਿਹੜੇ ਟੌਪਿਕ ਦੇ ਲਈ ਜਿਹੜੇ ਕਿਸ ਤਰ੍ਹਾਂ ਦੀਆਂ ਇਲਸਟ੍ਰੇਸ਼ਨਸ ਨੇ ਉਹ ਸਿਊਟੇਬਲ ਨੇ। ਮੀਨ ਜੇ ਸਿਲੈਕਸ਼ਨ ਤਾਂ ਟੀਚਰ ਨੇ ਕਰਨੀ ਹੁੰਦੀ ਹੈ, ਇਸ ਕਰਕੇ ਟੀਚਰ ਨੇ ਕੇਅਰਫੁਲੀ ਸਿਲੈਕਸ਼ਨ ਕਰਨੀ ਹੈ। ਪਰਪਜ਼ਫੁਲ, ਜੋ ਇਲਸਟ੍ਰੇਸ਼ਨ ਯੂਜ਼ ਕਰਨੀ ਟੀਚਰ ਨੇ ਉਹ ਪਰਪਜ਼ਫੁਲ, ਮੀਨਸ ਉਹਦਾ ਕੋਈ ਨਾ ਕੋਈ ਉਦੇਸ਼ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਅਸੀਂ ਟੌਪਿਕ ਕੋਈ ਹੋਰ ਕਰਵਾ ਰਹੇ ਹਾਂ, ਇਲਸਟ੍ਰੇਸ਼ਨ ਅਸੀਂ ਜਿਹੜਾ ਮਟੀਰੀਅਲ ਹੈ ਕੁਝ ਹੋਰ ਚੂਜ਼ ਕੀਤਾ ਹੈ। ਨੋ ਯੂਜ਼ ਆਫ ਟੈਕਨੀਕਲ ਵਰਡਸ, ਫਿਰ ਜਦੋਂ ਅਸੀਂ ਬੱਚਿਆਂ ਨੂੰ ਸਮਝਾਉਣਾ ਹੈ, ਮੀਨਸ ਜਦੋਂ ਅਸੀਂ ਇਲਸਟ੍ਰੇਸ਼ਨ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਕੋਈ ਜਿਹੜੇ ਟੈਕਨੀਕਲ ਵਰਡਸ ਨੇ ਉਹ ਯੂਜ਼ ਨਹੀਂ ਕਰਨੇ, ਕਿਉਂਕਿ ਜਦੋਂ ਅਸੀਂ ਕੋਈ ਟੈਕਨੀਕਲ ਵਰਡ ਯੂਜ਼ ਕਰਦੇ ਹਾਂ ਤਾਂ ਬੱਚਿਆਂ ਨੂੰ ਉੱਥੋਂ ਹੀ ਸਮਝ ਆਉਣਾ ਬੰਦ ਹੋ ਜਾਂਦਾ ਹੈ। ਰਿਲੇਟਡ ਟੂ ਰੀਅਲ ਲਾਈਫ, ਫਿਰ ਜਿਹੜੀਆਂ ਇਲਸਟ੍ਰੇਸ਼ਨਸ ਨੇ ਉਹ ਕੋਈ ਮੀਨਸ ਐਗਜ਼ਾਮਪਲ ਦੇ ਰਹੇ ਹਾਂ, ਕੋਈ ਸਟੋਰੀ ਸੁਣਾ ਰਹੇ ਹਾਂ ਤਾਂ ਉਹ ਰੀਅਲ ਲਾਈਫ ਦੇ ਨਾਲ ਸੰਬੰਧਿਤ ਹੋਣੀਆਂ ਜ਼ਰੂਰੀ ਨੇ। ਅਕੋਰਡਿੰਗ ਟੂ ਦਾ ਲੈਵਲ ਆਫ ਸਟੂਡੈਂਟਸ, ਫਿਰ ਜੋ ਬੱਚਿਆਂ ਦਾ ਲੈਵਲ ਹੈ ਉਹਦੇ ਅਕੋਰਡਿੰਗ ਚੂਜ਼ ਕਰਨੀਆਂ ਨੇ। ਦੇਖਣਾ ਬੱਚੇ ਛੋਟੀ ਕਲਾਸ ਦੇ ਨੇ ਤਾਂ ਉਹਨਾਂ ਦੇ ਅਕੋਰਡਿੰਗ ਹੋਣੇ ਚਾਹੀਦੇ ਨੇ, ਅਗਰ ਕਲਾਸ ਵੱਡੀ ਹੈ ਤਾਂ ਉਹਨਾਂ ਦੇ ਅਕੋਰਡਿੰਗ। ਅਵੋਇਡ ਟੂ ਮਚ ਯੂਜ਼, ਫਿਰ ਇਹ ਨਹੀਂ ਹੈ ਕਿ ਅਸੀਂ ਇੱਕ ਛੋਟੇ ਪੁਆਇੰਟ ਨੂੰ ਐਕਸਪਲੇਨ ਕਰਨ ਦੇ ਲਈ ਜਿਹੜੀਆਂ ਇਲਸਟ੍ਰੇਸ਼ਨ ਨੇ ਉਹਨਾਂ ਦੀ ਵਰਤੋਂ ਕਰ ਰਹੇ ਹਾਂ, ਨਹੀਂ, ਇਹਦਾ ਯੂਜ਼ ਜ਼ਿਆਦਾ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਵੀ ਫਿਰ ਬੱਚੇ ਨੇ ਉਹ ਸਹੀ ਤਰੀਕੇ ਨਾਲ ਸਮਝ ਨਹੀਂ ਪਾਉਣਗੇ। ਪ੍ਰੋਪਰ ਪ੍ਰੈਜੈਂਟੇਸ਼ਨ, ਫਿਰ ਜਿਹੜੀ ਵੀ ਚੀਜ਼ ਅਸੀਂ ਸ਼ੋਅ ਕਰ ਰਹੇ ਹਾਂ, ਭਾਵੇਂ ਅਸੀਂ ਮਾਡਲ ਸ਼ੋਅ ਕਰ ਰਹੇ ਹਾਂ, ਚਾਰਟ, ਤਾਂ ਅਸੀਂ ਉਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਮੀਨਸ ਉਹਨੂੰ ਜੋ ਪੇਸ਼ ਕਰਨਾ ਉਹ ਪ੍ਰੋਪਰਲੀ ਕਰਨਾ ਹੈ, ਤਾਂ ਜੋ ਜਿਹੜੇ ਬੱਚੇ ਨੇ ਉਹ ਸਹੀ ਤਰੀਕੇ ਨਾਲ ਆਪਣਾ ਕਨਸੈਪਟ ਕਲੀਅਰ ਕਰ ਸਕਣ। ਨੈਕਸਟ ਹੈ ਗੁੱਡ ਪਲੈਨਿੰਗ, ਫਿਰ ਜੋ ਅਸੀਂ ਇਲਸਟ੍ਰੇਸ਼ਨ ਚੂਜ਼ ਕਰ ਰਹੇ ਹਾਂ, ਜਿਸ ਟੌਪਿਕ ਦੇ ਲਈ ਚੂਜ਼ ਕਰ ਰਹੇ ਹਾਂ, ਸਭ ਤੋਂ ਪਹਿਲਾਂ ਉਹਦੇ ਲਈ ਜਿਹੜੀ ਵਧੀਆ ਪਲੈਨਿੰਗ ਆ ਉਹ ਕੀਤੀ ਹੋਣੀ ਜ਼ਰੂਰੀ ਹੈ, ਕਿਉਂਕਿ ਜੇਕਰ ਪਲੈਨਿੰਗ ਸਹੀ ਕੀਤੀ ਹੋਏਗੀ ਤਾਂ ਸਾਰਾ ਜਿਹੜਾ ਕੰਮ ਹੈ ਟੀਚਰ ਵਧੀਆ ਤਰੀਕੇ ਨਾਲ ਕਰਵਾ ਪਾਏਗਾ। ਬੇਸਡ ਔਨ ਪ੍ਰੀਵੀਅਸ ਨੌਲੇਜ, ਹੁਣ ਜੋ ਇਲਸਟ੍ਰੇਸ਼ਨ ਚੂਜ਼ ਕਰਨੀਆਂ ਨੇ ਉਹ ਪ੍ਰੀਵੀਅਸ ਨੌਲੇਜ ਦੇ ਉੱਪਰ ਆਧਾਰਿਤ ਹੋਣੀ ਚਾਹੀਦੀਆਂ ਨੇ, ਮੀਨਸ ਬੱਚਿਆਂ ਨੂੰ ਉਹਦੇ ਨਾਲ ਰਿਲੇਟਡ ਪਹਿਲਾਂ ਕਿੰਨੀ ਕੁ ਨੌਲੇਜ ਹੈ ਉਹਦੇ ਨਾਲ ਰਿਲੇਟਡ ਹੋਣ ਅਤੇ ਉਹਦੇ ਨਾਲ ਹੀ ਸੰਬੰਧਿਤ ਹੋਣ, ਉਹਨੂੰ ਹੀ ਆਧਾਰ ਬਣਾ ਕੇ ਇਲਸਟ੍ਰੇਸ਼ਨ ਚੂਜ਼ ਕੀਤੀਆਂ ਜਾਣ। ਬੇਸਡ ਔਨ ਮੈਕਸਿਮਸ, ਹੁਣ ਜਿਹੜੇ ਟੀਚਿੰਗ ਦੇ ਮੈਕਸਿਮਸ ਨੇ ਉਹ ਉਹਨਾਂ ਦੇ ਉੱਪਰ ਵੀ ਆਧਾਰਿਤ ਹੋਣੀਆਂ ਜ਼ਰੂਰੀ ਨੇ ਇਲਸਟ੍ਰੇਸ਼ਨਸ, ਜਿਵੇਂ ਕਿ ਸੌਖੇ ਤੋਂ ਔਖੇ ਵੱਲ ਜਾਣਾ ਹੁੰਦਾ ਹੈ, ਸਿੰਪਲ ਟੂ ਡਿਫੀਕਲਟ ਵੱਲ ਜਾਣਾ ਹੁੰਦਾ ਹੈ। ਇਸ ਕਰਕੇ ਇਹਦੇ ਵਿੱਚ ਇਹ ਧਿਆਨ ਰੱਖਣਾ ਹੈ ਕਿ ਜੋ ਮੈਕਸਿਮਸ ਆਫ ਟੀਚਿੰਗ ਨੇ ਉਹਨਾਂ ਦੇ ਉੱਪਰ ਆਧਾਰਿਤ ਹੋਣੀਆਂ ਜ਼ਰੂਰੀ ਨੇ। ਨੈਕਸਟ ਹੈ ਵੈਰਾਈਟੀ ਵੀ ਹੋਣੀ ਜ਼ਰੂਰੀ ਹੈ।
ਸਿਰਫ ਅਸੀਂ ਇੱਕੋ ਹੀ ਚੀਜ਼ ਨਹੀਂ ਯੂਜ਼ ਕਰਨੀ, ਜਿਵੇਂ ਕਿ ਅਸੀਂ ਇਕੱਲਾ ਚਾਰਟ ਯੂਜ਼ ਕਰ ਰਹੇ ਹਾਂ ਜਾਂ ਅਸੀਂ ਇਕੱਲੀਆਂ ਉਦਾਹਰਨਾਂ ਹੀ ਬੱਚਿਆਂ ਨੂੰ ਦੱਸ ਰਹੇ ਹਾਂ। ਅਸੀਂ ਡਿਫਰੈਂਟ ਜਿਹੜੀਆਂ ਇਲਸਟ੍ਰੇਸ਼ਨਸ ਨੇ ਉਹਨਾਂ ਨੂੰ ਯੂਜ਼ ਕਰਨਾ ਹੈ। ਨੋਟ ਪ੍ਰੀਜੂਡਾਈਸ ਹੁੰਦਾ ਹੈ ਪੱਖਪਾਤੀ ਨਹੀਂ, ਮੀਨਜ਼ ਜੋ ਅਸੀਂ ਇਲਸਟ੍ਰੇਸ਼ਨ ਯੂਜ਼ ਕਰਨੀਆਂ ਨੇ ਉਹ ਕਿਸੇ ਵੀ ਧਰਮ, ਜਾਤੀ, ਲਿੰਗ ਜਾਂ ਕਿਸੇ ਵੀ ਵਰਗ ਦੇ ਵਿਪੱਖ ਦੇ ਵਿੱਚ ਨਾ ਹੋਣ। ਨੈਕਸਟ ਹੈ ਐਕਸਪਰਟ ਟੀਚਰ। ਹੁਣ ਇਹਦੇ ਲਈ ਜੋ ਟੀਚਰ ਹੈ ਉਹ ਐਕਸਪਰਟ ਹੋਣਾ ਜ਼ਰੂਰੀ ਹੈ, ਤਾਂ ਹੀ ਉਹਨੂੰ ਸਹੀ ਤਰੀਕੇ ਨਾਲ ਯੂਜ਼ ਕਰ ਪਾਏਗਾ। ਨੈਕਸਟ ਹੈ ਸਪੈਸ਼ਲ ਅਟੈਂਸ਼ਨ ਔਨ ਡਿਸਿਪਲਿਨ। ਫਿਰ ਕਲਾਸ ਦੇ ਵਿੱਚ ਇਨਡਿਸਿਪਲਿਨ ਨਾ ਪੈਦਾ ਹੋਵੇ, ਇਸ ਕਰਕੇ ਜਿਹੜਾ ਟੀਚਰ ਹੈ ਉਹਨੇ ਡਿਸਿਪਲਿਨ ਦੇ ਉੱਪਰ ਜਿਹੜਾ ਸਹੀ ਫੋਕਸ ਹੈ ਜਾਂ ਜਿਹੜਾ ਧਿਆਨ ਹੈ ਉਹ ਜ਼ਰੂਰ ਦੇਣਾ ਹੈ, ਤਾਂ ਜੋ ਟੀਚਰ ਆਪਣਾ ਕੰਮ ਵੀ ਵਧੀਆ ਤਰੀਕੇ ਨਾਲ ਕਰਵਾ ਸਕੇ। ਮੀਨਜ਼ ਟੀਚਰ ਦੀ ਕੀਤੀ ਹੋਈ ਲੇਬਰ, ਮਿਹਨਤ ਬੇਕਾਰ ਨਾ ਜਾਵੇ, ਉਹ ਬੱਚਿਆਂ ਦੇ ਲਈ ਬੈਨੀਫੀਸ਼ੀਅਲ ਹੋ ਜਾਵੇ। ਡੀਅਰ ਸਟੂਡੈਂਟਸ, ਇਹ ਸੀ ਤੁਹਾਡਾ ਇਲਸਟ੍ਰੇਸ਼ਨ ਟੈਕਨੀਕ ਦੇ ਨਾਲ ਸੰਬੰਧਿਤ। ਬੱਚੇ ਮੈਂ ਆਲ ਓਵਰ ਜਿਹੜਾ ਪੂਰਾ ਕੁਐਸਚਨ ਉਹੀ ਕੰਪਲੀਟ ਕਰਾ ਰਹੀ ਹਾਂ। ਹੁਣ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਸ਼ਾਰਟ ਨੋਟ ਵੀ ਕਿੰਨੇ ਬਣ ਰਹੇ ਆ, ਇਕੱਲਾ ਮੀਨਿੰਗ ਪੁੱਛਿਆ ਜਾ ਸਕਦਾ ਹੈ, ਸੁਜੈਸ਼ਨ ਪੁੱਛੇ ਜਾ ਸਕਦੇ ਨੇ, ਮੈਰਿਟਸ, ਡੀਮੈਰਿਟਸ ਅਤੇ ਨਾਲ ਕਿਹੜੇ ਓਬਜੈਕਟਿਵਸ ਨੇ, ਇਹਦੇ ਟਾਈਪਸ, ਇਹ ਇੰਨੇ ਵਿੱਚੋਂ ਸ਼ਾਰਟ ਨੋਟ ਬਣ ਰਹੇ ਨੇ। ਇਸ ਕਰਕੇ ਤੁਸੀਂ ਆਪਣਾ ਕੰਪਲੀਟਲੀ ਇਹਨੂੰ ਤਿਆਰ ਕਰਨਾ ਹੈ। ਥੈਂਕਸ ਫॉर ਵਾਚਿੰਗ।